ਜਿਹੜਾ ਪੰਜਾਬੀ ਸਾਹਿਤ ਵਾਲਾ ਥੋੜਾ ਆਪਣਾ ਜ਼ਿਆਦਾ ਲੈਂਥੀ ਜਾਊਗਾ, ਇਸ ਕਰਕੇ ਆਪਾਂ ਇਹ ਪਹਿਲਾਂ ਛੇੜਿਆ। ਹੁਣ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਪੰਜਾਬੀ ਸਾਹਿਤ ਵਾਲਾ ਚੱਲ ਰਿਹਾ ਹੈਗਾ। ਇਸ ਤੋਂ ਬਾਅਦ ਜਿਹੜਾ ਆਪਣਾ ਇੱਕ ਟੌਪਿਕ ਰਹਿ ਗਿਆ ਪੰਜਾਬੀ ਸੱਭਿਆਚਾਰ ਵਾਲਾ। ਸੋ ਇਸ ਤੋਂ ਪਹਿਲਾਂ ਤੁਹਾਨੂੰ ਦੱਸਦੀ ਜਿਹੜਾ ਪੰਜਾਬੀ ਸਾਹਿਤ ਵਾਲਾ ਸੀ ਆਪਣਾ ਕੱਲ੍ਹ ਇਹ ਟੌਪਿਕ ਲਗਭਗ ਸ਼ੁਰੂ ਹੋ ਚੁੱਕਿਆ ਸੀ, ਜਿਸ ਦੇ ਵਿੱਚ ਜਿਹੜਾ ਆਪਾਂ ਕੀਤਾ ਸੀ ਕਵਿਤਾ ਦੀਆਂ ਕਿਸਮਾਂ ਸੀ ਜਿਹੜੀਆਂ ਆਪਾਂ ਸਟਾਰਟ ਕੀਤੀਆਂ ਹੋਈਆਂ ਸੀਗੀਆਂ, ਜਿਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀਤਾ ਸੀ ਕਵਿਤਾ ਕੀ ਹੁੰਦੀ ਹੈ, ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਇਹਦੇ ਕਿੰਨੇ ਭਾਗ ਹੁੰਦੇ ਨੇ। ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕੀਤਾ ਸੀ 12ਵਾਂ, 17ਵਾਂ, 6 ਹਰਫੀ ਅਤੇ 35 ਅੱਖਰੀ। ਕੱਲ ਆਪਾਂ ਲਗਭਗ ਇਹ ਜਿਹੜੇ 4 ਟੌਪਿਕ ਸੀ ਆਪਾਂ ਕਵਰ ਕਰਤੇ ਸੀਗੇ ਸਾਹਿਤ ਦੇ ਭਾਗ 1 ਦੇ ਵਿੱਚ। ਠੀਕ ਹੈ ਜੀ। ਜਿਹੜਾ ਅੱਜ ਆਪਣਾ ਹੋਵੇਗਾ ਸਾਹਿਤ ਦਾ ਭਾਗ ਦੂਸਰਾ ਚੱਲ ਪਿਆ ਆਪਣੇ ਕੋਲ, ਹੈਗੇ ਉਹੀ ਨੇ ਕਵਿਤਾ ਦੀਆਂ ਕਿਸਮਾਂ ਹੀ ਚੱਲਣਗੀਆਂ, ਕਿ ਕਵਿਤਾ ਦੇ ਭਾਗ ਹੀ ਚੱਲਣਗੇ ਆਪਣੇ ਲਵੇ। ਕੱਲ ਨੂੰ ਵੀ ਇਹੀ ਹੋਊਗਾ, ਕਿਉਂਕਿ ਜਿਹੜੇ ਕਵਿਤਾ ਦੀ ਕਿਸਮਾਂ ਨੇ ਇਹੀ ਲਗਭਗ ਕਾਫੀ ਲੈਂਥੀ ਟੌਪਿਕ ਬਣ ਗਿਆ ਆਪਣਾ। 3 ਦਿਨਾਂ ਦੇ ਵਿੱਚ ਆਪਣੇ ਇਹੀ ਕਵਰ ਹੋਊਗਾ। ਸੋ ਆਓ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਅੱਜ ਦੇਖੋ ਕੱਲ ਆਪਾਂ ਕਰ ਰਹੇ ਸੀ ਕਵਿਤਾ ਦੀ ਕਿਸਮਾਂ, ਜਿਹੜਾ ਅੱਜ ਆਪਣਾ ਟੌਪਿਕ ਹੋਣਗੇ ਅੱਜ ਇਹੀ ਹੋਊਗਾ ਕਵਿਤਾ ਦੀ ਕਿਸਮਾਂ ਦੇ ਵਿੱਚੋਂ। ਸਭ ਤੋਂ ਪਹਿਲਾਂ ਕਰਾਂਗੇ ਆਪਾਂ ਸੱਦ ਬਾਰੇ, ਸੱਦ ਕੀ ਹੁੰਦੀ ਹੈ। ਉਸ ਤੋਂ ਬਾਅਦ ਘੋੜੀਆਂ ਤੇ ਅਲਾਉਣੀਆਂ, ਫਿਰ ਗਜ਼ਲ ਤੇ ਫਿਰ ਵਾਰ। ਆਓ ਸਟਾਰਟ ਕਰੀਏ। ਜੇਕਰ ਤੁਸੀਂ ਹਾਲੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਕੋਈ ਵੀ ਤੁਸੀਂ ਜੌਬ ਦੀ ਤਿਆਰੀ ਕਰਨੀ ਹੋ, ਕਿਸੇ ਪ੍ਰਕਾਰ ਦੀ ਤੁਸੀਂ ਕੋਈ ਵੀ ਇਨਫੋਰਮੇਸ਼ਨ ਚਾਹੁੰਦੇ ਹੋਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ 'ਤੇ ਕੋਈ ਵੀ ਅਪਡੇਟ ਆ ਉਹ ਮਿਲਦੀ ਰਹੇਗੀ। ਆਓ ਸਟਾਰਟ ਕਰੀਏ। ਹੁਣ ਦੇਖੋ ਕੱਲ੍ਹ ਮੈਂ ਤੁਹਾਨੂੰ ਦੱਸਤਾ ਸੀ ਕਵਿਤਾ ਹੁੰਦੀ ਕੀ ਹੈ। ਜਿਵੇਂ ਪ੍ਰੋਫੈਸਰ ਦੇ ਦੁਆਰਾ ਜਿਹੜੀ ਆਪਾਂ ਕੱਲ੍ਹ ਕੀਤੀ ਸੀ ਹੈ ਨਾ, ਇੱਕ ਪੰਜਾਬੀ ਦਾ ਰਾਈਟਰ ਸੀਗਾ, ਕਿ ਉਹਨਾਂ ਨੇ ਕੀ ਕਿਹਾ ਸੀ ਕਿ ਜਿਹੜੇ ਪਿਆਰ ਦੇ ਵਿੱਚ ਮੋਏ ਸਾਧ ਬੰਦਿਆਂ ਦੇ ਵਚਨ ਹੀ ਕੀ ਹੁੰਦੇ ਨੇ, ਕਵਿਤਾ ਹੁੰਦੇ ਨੇ। ਕਿਹੜਾ ਰਾਈਟਰ ਸੀ ਉਹ? ਪ੍ਰੋਫੈਸਰ ਪੂਰਨ ਸਿੰਘ ਦੇ ਅਨੁਸਾਰ, ਹੈ ਨਾ, ਕਿ ਜਿਹੜੇ ਪਿਆਰ ਵਿੱਚ ਮੋਏ ਬੰਦਿਆਂ ਦੇ ਸਾਧ ਵਚਨ ਹੀ ਕੀ ਹੁੰਦੇ ਨੇ, ਕਵਿਤਾ ਹੁੰਦੇ ਨੇ। ਉਸ ਤੋਂ ਬਾਅਦ ਦੇਖੋ ਕਵਿਤਾ ਦੇ ਆਪਾਂ ਵੱਖ-ਵੱਖ ਰੂਪ ਕਰ ਰਹੇ ਸੀ। ਅੱਜ ਆਪਾਂ ਕਰ ਰਹੇ ਹਾਂ ਸੱਦ ਬਾਰੇ। ਸੱਦ ਕੀ ਹੁੰਦੀ ਹੈ, ਤੁਹਾਨੂੰ ਜਿਹੜੇ ਪ੍ਰੋਪਰ ਲੈਕਚਰ ਨੇ ਤੇ ਨੋਟਸ ਨੇ ਇਹਦੇ ਵਿੱਚ ਪ੍ਰੋਵਾਈਡ ਮਿਲਣਗੇ। ਸੱਦ ਕੀ ਹੁੰਦੀ ਹੈ ਤੁਸੀਂ ਆਮ ਸੁਣਿਆ ਹੋਣਾ, ਕਿਉਂਕਿ ਜਿਹੜਾ ਇਹ ਸ਼ਬਦ ਆ ਨਾ ਖਾਸ ਕਰਕੇ ਪੇਂਡੂ ਲੋਕਾਂ ਦੇ ਜੀਵਨ ਦੇ ਵਿੱਚੋਂ ਜ਼ਿਆਦਾ ਸੁਣਨ ਨੂੰ ਮਿਲਦਾ। ਜਿਹੜੇ ਗਾਉਣ ਦੇ ਜ਼ਿਆਦਾ ਸ਼ੌਕੀਨ ਨੇ ਉਹਨਾਂ ਦੇ ਜੀਵਨ ਦੇ ਵਿੱਚੋਂ ਇਹ ਸ਼ਬਦ ਸੁਣਨ ਨੂੰ ਮਿਲਦੇ ਨੇ। ਜੇਕਰ ਗੱਲ ਕਰੀਏ ਆਪਾਂ ਅੱਜ ਕੱਲ੍ਹ ਦੇ ਸ਼ਹਿਰੀ ਮਾਹੌਲ ਦੀ ਤਾਂ ਇੱਥੇ ਕੋਈ ਵੀ ਨਹੀਂ ਜਾਣਦਾ ਹੋਊ ਕਿ ਸੱਦ ਹੁੰਦੀ ਕੀ ਹੈ, ਹੈ ਨਾ। ਸੱਦ ਕੀ ਹੁੰਦੀ ਹੈ? ਸੱਦ ਕਹਿੰਦੇ ਇੱਕ ਪੰਜਾਬੀ ਵਾਲਾ ਸੋਗ ਗੀਤ ਹੈ, ਪੰਜਾਬੀ ਦਾ ਸੋਗ ਵਾਲਾ ਗੀਤ ਹੈ, ਜਿਸ ਨੂੰ ਪੇਂਡੂ ਲੋਕ ਦਿਲ ਚੀਲਵੀਂ ਸੁਰ ਦੇ ਵਿੱਚ ਲੰਮੀ ਹੇਕ ਨਾਲ ਗਾਉਂਦੇ ਹਨ। ਹੁਣ ਧਿਆਨ ਨਾਲ ਸੁਣਨਾ, ਸੱਦ ਨੂੰ ਗਾ ਕੋਈ ਵੀ ਸਕਦਾ। ਮੈਂ ਇਹ ਨਹੀਂ ਕਹਿੰਦੀ ਕਿ ਸਿਰਫ ਪੇਂਡੂ ਲੋਕ ਹੀ ਗਾ ਸਕਦੇ ਨੇ, ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਜਿਵੇਂ ਕਿ ਸਾਹਿਤ ਦੇ ਵਿੱਚ ਲਿਖਿਆ ਹੋਇਆ ਆਪਾਂ ਉਸੇ ਦੇ ਹਿਸਾਬ ਨਾਲ ਚੱਲਣਾ ਗਾ, ਕਿਉਂਕਿ ਤੁਹਾਨੂੰ ਪੇਪਰ ਦੇ ਵਿੱਚ ਉੱਥੇ ਇਹ ਪੁੱਛਣਗੇ, ਜੇਕਰ ਤੁਹਾਨੂੰ 4 ਆਪਸ਼ਨਾਂ ਦੇ ਵਿੱਚੋਂ ਆਉਂਦਾ ਕਿ ਸੱਦ ਕਿਹਨਾਂ ਵੱਲੋਂ ਗਾਇਆ ਜਾਂਦਾ ਹੈ ਨਾ, ਉੱਥੇ ਆ ਜਾਊਗਾ ਪੇਂਡੂ ਵੱਲੋਂ, ਲੋਕਾਂ ਵੱਲੋਂ, ਸ਼ਹਿਰੀ ਵੱਲੋਂ, ਮਾਡਰਨ ਵੱਲੋਂ, ਜਾਂ ਕੋਈ ਵੀ ਨਹੀਂ, ਤਾਂ ਤੁਸੀਂ ਕਿਸ ਚੀਜ਼ 'ਤੇ ਟਿਕ ਕਰਨਾ? ਪੇਂਡੂ ਲੋਕਾਂ ਦੇ ਵੱਲੋਂ। ਕਿਉਂਕਿ ਸਾਹਿਤ ਦੇ ਵਿੱਚ ਇਹੀ ਦਰਜ ਕੀਤਾ ਹੋਇਆ ਕਿ ਇਹਨਾਂ ਨੇ ਹੀ ਸਭ ਤੋਂ ਪਹਿਲਾਂ ਸੱਦ ਦੀ ਕੀ ਕੀਤੀ ਹੈ, ਸਟਾਰਟਿੰਗ ਕੀਤੀ ਹੈ, ਅਤੇ ਇਹੀ ਗਾਉਂਦੇ ਆਏ ਨੇ। ਪੰਜਾਬੀ ਦਾ ਕਹਿੰਦੇ ਇੱਕ ਸੋਗ ਵਾਲਾ ਗੀਤ ਹੈ, ਜਿਸ ਨੂੰ ਪੇਂਡੂ ਲੋਕ ਦਿਲ ਚੀਨਵੀਂ ਅਤੇ ਲੰਮੀ ਹੇਕ ਦੇ ਵਿੱਚ ਸੁਰ ਦੇ ਨਾਲ ਗਾਉਂਦੇ ਹਨ। ਉਹਨਾਂ ਦੀ ਆਵਾਜ਼ ਦੇ ਵਿੱਚ ਕੀ ਹੁੰਦਾ, ਇੱਕ ਦਰਦ ਭਰਿਆ ਹੁੰਦਾ। ਹੁਣ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਹਿੰਦੇ ਭਾਈ ਸੁੰਦਰ ਸਿੰਘ ਲਿਖਿਆ ਹੋਇਆ, ਇੱਥੇ ਸੁੰਦਰ ਹੈ, ਦੇਖੋ ਸੁੰਦਰੀ ਨਹੀਂ ਦੇਖਣਾ। ਭਾਈ ਸੁੰਦਰ ਜੀ ਦੀ ਕਹਿੰਦੇ ਰਾਮਕਲੀ ਵਾਰ ਦੇ ਵਿੱਚ ਜਿਹੜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜਿਹੜੀ ਦਰਜ ਕਰਵਾਈ ਹੋਈ ਆਪਣੀ ਰਚਨਾ, ਕੀ ਨਾਮ ਹੈ ਉਹਦਾ? ਰਾਮਕਲੀ ਵਾਰ। ਉਸ ਦੇ ਵਿੱਚ ਵੀ ਕਹਿੰਦੇ ਕੀ ਹੈ, ਇੱਕ ਸੱਦ ਨਾਂ ਦੀ ਬਾਣੀ ਦਰਜ ਹੈ। ਸੱਦ ਨਾਮ ਦੀ ਬਾਣੀ ਦਰਜ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜੋ ਕਿ ਕਹਿੰਦੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਉਹਨਾਂ ਦੀ ਯਾਦ ਦੇ ਵਿੱਚ ਲਿਖੀ ਗਈ ਹੈ। ਹੁਣ ਇੱਥੇ ਤੁਸੀਂ ਸਮਝ ਗਏ ਹੋਵੋਗੇ ਕਿ ਸੱਦ ਹੁੰਦੀ ਕੀ ਚੀਜ਼ ਹੈ। ਜਿਹੜੀ ਸੱਦ ਹੈ ਨਾ ਕਿਸੇ ਦੀ ਯਾਦ ਦੇ ਵਿੱਚ ਲਿਖੀ ਜਾਂਦੀ ਹੈ, ਯਾਦ ਦੇ ਵਿੱਚ ਲਿਖੇ ਹੋਏ ਗੀਤ ਹੁੰਦੇ ਨੇ। ਹੁਣ ਦੇਖੋ ਜਿਹੜੀ ਭਾਈ ਸੁੰਦਰ ਸਿੰਘ ਨੇ ਲਿਖੀ ਹੋਈ ਹੈ, ਇਹ ਗੁਰੂ ਅਮਰਦਾਸ ਜੀ ਦੇ ਮਗਰੋਂ ਲਿਖੀ ਹੋਈ ਹੈ, ਉਹਨਾਂ ਦੀ ਯਾਦ ਦੇ ਵਿੱਚ, ਭਾਵ ਉਹਨਾਂ ਦੀ ਉਸਤਤ ਦੇ ਗੀਤ ਵੀ ਕਹਿ ਲਓ ਇਸ ਚੀਜ਼ ਨੂੰ, ਹੈ ਨਾ। ਪਰ ਇਹ ਉਹ ਚੀਜ਼ ਨਹੀਂ ਹੁੰਦੀ। ਤੁਸੀਂ ਇਹੀ ਦੇਖਣਾ ਕਿ ਇੱਕ ਸੋਗ ਵਾਲਾ ਗੀਤ ਹੁੰਦਾ, ਭਾਵ ਇੱਕ ਵਿਛੋੜੇ ਦਾ ਵਰਣਨ ਹੁੰਦਾ ਇਸ ਚੀਜ਼ ਦੇ ਵਿੱਚ। ਹੁਣ ਦੇਖੋ ਜਿਵੇਂ ਮਿਰਜ਼ਾ ਸਾਹਿਬਾ ਦੇ ਕਿੱਸੇ ਦੇ ਵਿੱਚ ਪੀਲੂ ਨੇ ਇੱਕ ਸੱਦ ਲਿਖੀ ਹੋਈ ਹੈ। ਹੁਣ ਇੱਥੋਂ ਤੱਕ ਤੁਸੀਂ ਸਮਝ ਗਏ ਕਿ ਸੱਦ ਹੁੰਦੀ ਕੀ ਹੈ। ਹੁਣ ਦੇਖੋ ਆਪਾਂ ਇਗਜ਼ਾਮਪਲ ਦੇਖ ਲੈਂਦੇ ਹਾਂ। ਮਿਰਜ਼ਾ ਸਾਹਿਬਾ ਦਾ ਕਿੱਸਾ ਕਿਹਨਾਂ ਦੇ ਦੁਆਰਾ ਲਿਖਿਆ ਹੋਇਆ? ਪੀਲੂ ਦੇ ਦੁਆਰਾ। ਤਾਂ ਉਹਨਾਂ ਨੇ ਵੀ ਸੱਦ ਲਿਖੀ ਹੋਈ ਹੈ। ਦੇਖੋ ਇਗਜ਼ਾਮਪਲ ਦੇਖ ਲੈਂਦੇ ਹਾਂ। ਮੰਦਾ ਕੀਤਾ ਸੁਣ ਸਾਹਿਬਾ, ਮੇਰਾ ਤਰਕਸ ਟੰਗਿਆ ਜੰਡ। ਇਹ ਕਿਸ ਦੇ ਵੱਲੋਂ ਜਿਹੜੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ? ਇਹ ਮਿਰਜ਼ੇ ਦੇ ਵੱਲੋਂ ਸਾਹਿਬਾ ਨੂੰ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ, ਇੱਕ ਸੱਦ ਦੇ ਰੂਪ ਦੇ ਵਿੱਚ ਲਿਖਿਆ ਹੋਇਆ। ਇਹ ਕਹਿੰਦੇ ਮੰਦਾ ਕੀਤਾ ਸੁਣ ਸਾਹਿਬਾ, ਮੇਰਾ ਤਰਕਸ ਟੰਗਿਆ ਜੰਡ, 300 ਕਾਨੀ ਮਿਰਜ਼ੇ ਜਵਾਨ ਦੇ,
ਦਿੰਦਾ ਸਿਆਲਾਂ ਨੂੰ ਵੰਡ, ਪਹਿਲਾ ਮਾਰਦਾ ਵੀਰ ਸਮੀਰ ਦੇ, ਦੂਜਾ ਕੂਲੇ ਦੇ ਤੰਗ, ਤੀਜਾ ਮਾਰਾਂ ਜੋੜ ਕੇ ਜਿਹਦੀ ਹੋਈ ਤੂੰ ਮੰਗ। ਉਮੀਦ ਹੈ ਤੁਹਾਨੂੰ ਇੱਥੇ ਤੱਕ ਜਿਹੜਾ ਸਮਝ 'ਚ ਆ ਗਿਆ ਹੋਵੇਗਾ ਕਿ ਮਿਰਜ਼ੇ ਦੇ ਵੱਲੋਂ ਸਾਹਿਬਾਂ ਨੂੰ ਜਿਹੜੀ ਦਲੀਲਾਂ ਦਿੱਤੀਆਂ ਜਾ ਰਹੀਆਂ, ਜਿਹੜੀ ਇਹ ਦਲੀਲ ਇਹ ਸੱਦ ਦੇ ਰੂਪ ਦੇ ਵਿੱਚ ਦਿੱਤੀ ਜਾ ਰਹੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਇਹ ਕਵਿਤਾ ਦੀ ਅਲੱਗ-ਅਲੱਗ ਪੁਆਇੰਟ ਚੱਲ ਰਹੇ ਨੇ ਆਪਣੇ ਕੋਲ। ਹੁਣ ਦੇਖੋ ਜਿਹੜਾ ਨੰਬਰ ਅੱਗੇ ਚੱਲ ਪਿਆ ਆਪਣਾ, ਘੋੜੀਆਂ ਤੇ ਅਲਾਉਣੀਆਂ, ਇਹ ਦੋਵੇਂ ਜੁੜਵੀਆਂ ਹੀ ਨੇ। ਘੋੜੀਆਂ ਤੇ ਅਲਾਉਣੀਆਂ ਇੱਕੋ ਹੀ ਪਾਰਟ ਦੇ ਵਿੱਚ ਨੇ ਇਹ, ਪਰ ਅਲੱਗ-ਅਲੱਗ ਲਿਖੀਆਂ। ਦੇਖੋ ਘੋੜੀਆਂ ਕੀ ਹੁੰਦੀਆਂ ਨੇ, ਇਹ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੋਵੇਗਾ ਕਿ ਘੋੜੀਆਂ ਤੇ ਸੁਹਾਗ ਹੁੰਦਾ ਕੀ ਹੈ, ਹਨਾ। ਸੁਹਾਗ ਕੀ ਹੁੰਦਾ ਗਾ, ਜਿਹੜੇ ਕੁੜੀ ਦੇ ਵਿਆਹ ਦੇ ਵੇਲੇ ਗੀਤ ਗਾਏ ਜਾਂਦੇ ਨੇ, ਤੇ ਘੋੜੀਆਂ ਕੀ ਹੁੰਦੇ ਨੇ, ਮੁੰਡੇ ਦੇ ਵਿਆਹ ਦੇ ਵੇਲੇ ਗਾਏ ਜਾਂਦੇ ਨੇ। ਕਹਿੰਦੇ ਇਹ ਖੁਸ਼ੀ ਦੇ ਗੀਤ ਹੁੰਦੇ ਨੇ ਜੋ ਮੁੰਡੇ ਦੇ ਵਿਆਹ ਵੇਲੇ ਔਰਤਾਂ ਵੱਲੋਂ ਗਾਏ ਜਾਂਦੇ, ਤੇ ਕਿਹੜੇ ਟਾਈਮ ਤੇ, ਰਾਤ ਦੇ ਟਾਈਮ ਤੇ। ਕਹਿੰਦੇ ਜਦੋਂ ਔਰਤਾਂ ਇਕੱਠੀਆਂ ਹੋ ਕੇ ਬਹਿੰਦੀਆਂ ਨੇ ਵਿਆਹ ਵਾਲੇ ਘਰ ਦੇ ਵਿੱਚ, ਤਾਂ ਉਦੋਂ ਜਿਹੜੇ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਗਾ, ਘੋੜੀਆਂ ਦਾ ਨਾਮ ਦਿੱਤਾ ਜਾਂਦਾ ਗਾ। ਗੁਰੂ ਅਮਰਦਾਸ ਜੀ ਦੀ ਵਡਹੰਸ ਰਾਗ ਦੇ ਵਿੱਚ ਰਚੀ ਹੋਈ ਘੋੜੀਆਂ ਨਾਂ ਦੀ ਇੱਕ ਰਚਨਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ। ਹੁਣ ਦੇਖੋ ਜਿਹੜੀ ਘੋੜੀਆਂ ਦੀ ਰਚਨਾ ਹੁੰਦੀ ਹੈ ਨਾ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕੀਤੀ ਹੋਈ ਹੈ, ਤੇ ਕਿਹਨਾਂ ਦੁਆਰਾ, ਗੁਰੂ ਰਾਮਦਾਸ ਜੀ ਦੇ ਦੁਆਰਾ। ਠੀਕ ਹੈ ਜੀ। ਹੁਣ ਦੇਖੋ ਜਿਹੜੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਜਿਹੜੀ ਰਚਨਾ ਕੀਤੀ ਹੋਈ ਹੈਗੀ ਇਹਦੇ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਦੇ ਵਿੱਚ ਪਤਾ ਕੀ ਹੈ, ਜਿਹੜੀ ਘੋੜੀਆਂ ਨਾਮ ਦੀ ਇੱਕ ਜਿਹੜੀ ਰਚਨਾ ਕੀਤੀ ਗਈ ਹੈ, ਉਸ ਦੇ ਵਿੱਚ ਜਿਹੜਾ ਮਨੁੱਖੀ ਦੇਹ ਨੂੰ, ਭਾਵ ਜਿਹੜਾ ਮਨੁੱਖ ਦਾ ਸਰੀਰ ਹੈ, ਉਸ ਨੂੰ ਘੋੜੀ ਦਾ ਰੂਪ ਦਿੱਤਾ ਗਿਆ, ਅਤੇ ਆਤਮਾ ਨੂੰ ਉਸ ਦਾ ਸਵਾਰ ਦੱਸਿਆ ਗਿਆ ਗਾ। ਜਿਹੜਾ ਮਨੁੱਖੀ ਦੇਹ ਹੈ ਉਸ ਨੂੰ ਘੋੜੀ ਦਾ ਰੂਪ ਦਿੱਤਾ ਗਿਆ, ਭਾਵ ਜੇ ਆਪਾਂ ਕਹਿ ਲਈਏ ਸੰਕੇਤ ਦਿੱਤਾ ਗਿਆ, ਤੇ ਜਿਹੜਾ ਅਤੇ ਆਤਮਾ ਨੂੰ ਕੀ ਦਿੱਤਾ ਗਿਆ ਗਾ, ਸਵਾਰ ਦਾ ਰੂਪ ਦਿੱਤਾ ਗਿਆ। ਕਈ ਵਾਰ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ ਕਿ ਜਿਹੜੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਡਹੰਸ ਰਾਗ ਦੇ ਵਿੱਚ ਘੋੜੀਆਂ ਦੀ ਰਚਨਾ ਹੋਈ ਉਸ ਦਾ ਵਿਧਾ ਕੀ ਹੈ, ਤਾਂ ਯਾਦ ਰੱਖਣਾ ਇਸ ਚੀਜ਼ ਨੂੰ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਅਲਾਉਣੀਆਂ ਕੀ ਹੁੰਦੀਆਂ ਨੇ। ਅਲਾਉਣੀਆਂ, ਇਸ ਦਾ ਅਰਥ ਹੈ ਸਹੂਲਤ ਜਾਂ ਉਸਤਤ ਦਾ ਗੀਤ। ਇਸ ਦਾ ਅਰਥ ਹੈ ਸਹੂਲਤ ਜਾਂ ਉਸਤਤ ਦਾ ਗੀਤ, ਭਾਵ ਕਿਸੇ ਦੀ ਪ੍ਰਸ਼ੰਸਾ ਦੇ ਵਿੱਚ ਗੀਤ ਗਾਉਣਾ, ਜਾਂ ਉਸਤਤ ਦੇ ਵਿੱਚ ਜਾਂ ਵਡਿਆਈ ਦੇ ਵਿੱਚ। ਇਸ ਵਿੱਚ ਕਿਸੇ ਵਿਅਕਤੀ ਦੇ ਗੁਣ ਗਾਏ ਜਾਂਦੇ ਹਨ। ਵਿਅਕਤੀ ਲਾ ਲਓ, ਔਰਤ ਲਾ ਲਓ, ਕਿਸੇ ਵੀ ਚੀਜ਼ ਦੇ ਗੁਣ ਗਾਏ ਜਾਂਦੇ ਨੇ। ਠੀਕ ਹੈ। ਇਸ ਵਿੱਚ ਕਹਿੰਦੇ ਆਮ ਵਰਤੋਂ ਦੇ ਵਿੱਚ, ਆਮ ਕਰਕੇ ਇਸ ਦੇ ਵਿੱਚ ਜਿਹੜਾ ਪ੍ਰਾਣੀ ਮਰ ਗਿਆ ਗਾ, ਭਾਵ ਜਿਸ ਦੀ ਡੈਥ ਹੋ ਗਈ ਹੈ, ਉਸ ਦੀ ਉਸਤਤ ਦੇ ਵਿੱਚ ਗੀਤ ਗਾਏ ਜਾਂਦੇ ਹਨ, ਅਤੇ ਉਸ ਨੂੰ ਸੰਬੋਧਿਤ ਕਰਕੇ, ਕਹਿੰਦੇ ਜਿਹੜਾ ਪ੍ਰਾਣੀ ਮਰ ਗਿਆ ਉਸ ਨੂੰ ਸੰਬੋਧਿਤ ਕਰਕੇ ਉਸੇ ਦੀ ਵਡਿਆਈ ਦੇ ਵਿੱਚ, ਉਸਤਤ ਦੇ ਵਿੱਚ ਗੀਤ ਗਾਏ ਜਾਂਦੇ ਨੇ। ਤੇ ਜਿਹੜਾ ਇਹਦੇ ਵਿੱਚ ਜਿਹੜਾ ਮੁੱਖ ਮੋਢੀ ਹੁੰਦਾ ਨਾ, ਹੁਣ ਦੇਖੋ ਇਸ ਗੱਲ ਨੂੰ ਥੋੜਾ ਧਿਆਨ ਨਾਲ ਸਮਝਣਾ। ਜਦੋਂ ਕਿਸੇ ਦੇ ਘਰੇ ਡੈਥ ਹੋ ਜਾਂਦੀ ਤਾਂ ਪਹਿਲਾਂ ਕੀ ਹੁੰਦਾ ਸੀ ਨਾ, ਅੱਜ ਕੱਲ੍ਹ ਤਾਂ ਜਿਹੜੇ ਇਹ ਰਿਵਾਜ ਰਹੇ ਨਹੀਂ ਹੈਗੇ, ਪਰ ਜੇਕਰ ਆਪਾਂ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਨਾ, ਜਦੋਂ ਬੁੜੀਆਂ ਪਹਿਲਾਂ ਇਕੱਠੀਆਂ ਹੋ ਕੇ ਜਾਂਦੀਆਂ ਸੀਗੀਆਂ ਨਾ, ਬਜ਼ੁਰਗਾਂ, ਤਾਂ ਉਹ ਇੱਕ ਨਾਇਣ ਨੂੰ ਮੂਹਰੇ ਲੈ ਕੇ ਤੁਰਦੀਆਂ ਹੁੰਦੀਆਂ ਸੀ। ਨਾਇਣ ਹੁੰਦੀ ਹੈ ਜਿਹੜੀ, ਉਸਨੂੰ ਮੂਹਰੇ ਲੈ ਕੇ ਤੁਰਦੀਆਂ ਹੁੰਦੀਆਂ। ਉਹ ਕੀ ਕਰਦੀ ਸੀ, ਜਿਹੜੀ ਪਿੱਛੇ ਰੋਣ ਵਾਲੀਆਂ ਬੁੜੀਆਂ ਹੁੰਦੀਆਂ ਸੀ, ਤੇ ਸਭ ਤੋਂ ਮੋਢੀ ਕੌਣ ਹੁੰਦੀ ਸੀ, ਅੱਗੇ ਨੈਣ ਹੁੰਦੀ ਸੀ। ਮੰਨ ਲਓ ਪਿੱਛੇ ਹੋਰ ਬੁੜੀਆਂ ਹੋ ਗਈਆਂ ਨਾ, ਤਾਂ ਪਹਿਲਾ ਟੱਪਾ ਕੌਣ ਬੋਲਦੀ ਸੀ, ਇਹ ਬੋਲਦੀ ਸੀ। ਉਹਦੀ ਉਸਤਤ ਦੇ ਵਿੱਚ ਰੋਣ ਵੇਲੇ ਇਹ ਬੋਲਦੀ ਸੀ। ਇਹ ਬੋਲਣ ਤੋਂ ਬਾਅਦ ਜਿਹੜੀ ਪਿੱਛੇ ਬੁੜੀਆਂ ਸੀ ਉਸ ਤੋਂ ਬਾਅਦ ਬੋਲਦੀਆਂ ਸੀ, ਤੇ ਬੋਲਣ ਤੋਂ ਬਾਅਦ ਇੱਕਦਮ ਜਿਹੜੇ ਸਾਰੀਆਂ ਕੀ ਕਰਦੀਆਂ ਸੀ, ਆਪਣੇ ਹੱਥਾਂ ਨੂੰ ਛਾਤੀ ਉੱਤੇ ਮਾਰਦੀਆਂ, ਮੂੰਹ ਉੱਤੇ ਮਾਰਦੀਆਂ ਤੇ ਪਿੱਟਦੀਆਂ ਸੀ। ਠੀਕ ਹੈ। ਭਾਵ ਇੱਕੋ ਹੀ ਸੁਰ ਦੇ ਵਿੱਚ, ਇੱਕੋ ਹੀ ਤਾਲ ਦੇ ਵਿੱਚ, ਇੱਕੋ ਹੀ ਆਵਾਜ਼ ਆਉਂਦੀ ਸੀ ਸਾਰਿਆਂ ਦੀ। ਠੀਕ ਹੈ ਜੀ। ਕਲੀਅਰ ਹੋ ਗਈ ਹੋਊਗੀ ਗੱਲ ਤੁਹਾਨੂੰ ਇਹ। ਹੁਣ ਦੇਖੋ ਜਿਵੇਂ ਮੈਂ ਲਿਖਿਆ ਵੀ ਹੋਇਆ, ਕਹਿੰਦੇ ਇਹਦੇ ਵਿੱਚ ਜਿਹੜੀ ਮੁੱਖ ਮੋਢੀ ਹੁੰਦੀ ਸੀ, ਨਾਇਣ ਹੁੰਦੀ ਸੀ, ਉਹ ਪਹਿਲਾ ਟੱਪਾ ਬੋਲਦੀ ਸੀ, ਤੇ ਬਾਕੀ ਔਰਤਾਂ ਪਿੱਛੋਂ ਬੋਲਦੀਆਂ ਸੀ, ਅਤੇ ਫਿਰ ਉਸ ਤੋਂ ਬਾਅਦ ਮੂੰਹ ਅਤੇ ਛਾਤੀ ਪਿੱਟਦੀਆਂ, ਇੱਕੋ ਹੀ ਤਾਲ ਦੇ ਵਿੱਚ, ਇੱਕੋ ਹੀ ਸਮੇਂ ਉੱਪਰ। ਠੀਕ ਹੈ। ਹੁਣ ਦੇਖੋ ਉਦਾਹਰਨ ਦੇਖ ਲਓ ਤੁਸੀਂ, ਜਿਵੇਂ ਹਾਏ ਹਾਏ ਧੀਏ ਮੋਰਨੀਏ, ਤੇਰੀ ਚੰਨਣ ਵਰਗੀ ਦੇਹੀ ਧੀਏ ਮੋਰਨੀਏ। ਜਿਵੇਂ ਸਭ ਤੋਂ ਪਹਿਲਾਂ ਟੱਪਾ ਕੌਣ ਬੋਲੂਗੀ, ਨਾਇਣ ਬੋਲੂਗੀ ਇਹ ਚੀਜ਼, ਤੇ ਉਸ ਤੋਂ ਬਾਅਦ ਕੀ ਬੋਲਣਗੀਆਂ ਜਿਹੜੇ ਬਾਕੀ ਬਜ਼ੁਰਗਾਂ ਹੋਣਗੀਆਂ, ਇਹ ਬੋਲਣਗੀਆਂ। ਠੀਕ ਹੈ। ਉਸ ਤੋਂ ਬਾਅਦ ਦੇਖੋ ਗਜ਼ਲ ਕੀ ਹੁੰਦੀ ਹੈ। ਗਜ਼ਲ ਕੀ ਹੁੰਦੀ ਹੈ, ਗਜ਼ਲ ਦਾ ਰੂਪ, ਇਹ ਅਰਬੀ ਦਾ ਸ਼ਬਦ ਹੈ। ਗਜ਼ਲ ਹੈ ਜਿਹੜੀ, ਇਹ ਅਰਬੀ ਦਾ ਸ਼ਬਦ ਹੈ, ਜਿਸ ਦੇ ਵਿੱਚ ਔਰਤਾਂ ਨਾਲ ਗੱਲਾਂ ਕਰਨੀਆਂ, ਭਾਵ ਜਿਸ ਦਾ ਅਰਥ ਕੀ ਹੈ, ਔਰਤਾਂ ਨਾਲ ਗੱਲਾਂ ਕਰਨੀਆਂ, ਭਾਵ ਪ੍ਰੇਮ ਭਰੀਆਂ ਤੇ ਪ੍ਰੇਮ ਪੂਰਤੀ ਕਵਿਤਾ। ਭਾਵ ਕਿ ਪ੍ਰੇਮ ਭਰੀਆਂ ਗੱਲਾਂ ਕਰਨੀਆਂ, ਪ੍ਰੇਮ ਪੂਰਿਤ ਕਵਿਤਾ ਵੀ ਕਿਹਾ ਜਾਂਦਾ ਇਸ ਨੂੰ। ਪ੍ਰੇਮ ਨਾਲ ਭਰੀ ਹੋਈ ਕਵਿਤਾ ਵੀ ਬੋਲ ਲਓ। ਠੀਕ ਹੈ। ਗਜ਼ਲ ਹੈ ਜਿਹੜੀ ਉਰਦੂ ਫਾਰਸੀ ਦਾ ਛੰਦ ਹੈ। ਗਜ਼ਲ ਹੈ ਜਿਹੜੀ ਉਰਦੂ ਤੇ ਫਾਰਸੀ ਦਾ ਵੀ ਛੰਦ ਹੈ,
ਜਿਸ ਦੇ ਵਿੱਚ ਸੁੰਦਰਤਾ, ਇਸ਼ਕ, ਪ੍ਰੀਤਮ ਦੇ ਵਿਛੋੜੇ ਤੇ ਮਿਲਾਪ, ਪਿਆਰ ਦੀ ਤਾਂਘ ਅਤੇ ਤੜਫਣੀ ਆਦਿ ਡੂੰਘੇ ਬਲਬਲਿਆਂ ਦਾ ਜਿਹੜਾ ਸ਼ਿੰਗਾਰ ਰਸ ਹੁੰਦਾ ਗਾ ਉਹ ਭਰਿਆ ਹੁੰਦਾ ਹੈ। ਠੀਕ ਹੈ, ਹੁਣ ਦੇਖੋ ਗਜ਼ਲ ਦੇ ਵਿੱਚ ਕੀ ਹੁੰਦਾ ਹੈ, ਇਸ਼ਕ ਹੁੰਦਾ ਹੈ, ਜਿਹੜੇ ਆਪਾਂ ਕਹਿੰਦੇ ਵਿਛੋੜੇ ਤੇ ਮਿਲਾਪ ਦਾ ਦੁੱਖ ਹੁੰਦਾ, ਪਿਆਰ ਦੀ ਤਾਂਘ ਹੁੰਦੀ ਆ, ਤੜਫਣਾ ਹੁੰਦੀ ਹੈ, ਇਹ ਸਾਰੇ ਜਿਹੜੇ ਬਲਬਲੇ ਹੁੰਦੇ ਨੇ ਇਕੱਠੇ ਕਰਕੇ ਸ਼ਿੰਗਾਰ ਰਸ ਦੇ ਰੂਪ ਦੇ ਵਿੱਚ ਦਿੱਤੇ ਹੋਏ ਹੁੰਦੇ ਨੇ। ਠੀਕ ਹੈ ਜੀ, ਜਿਹੜਾ ਟੌਪਿਕ ਆ ਨਾ ਇਹ ਪੰਜਾਬੀ ਸਾਹਿਤ ਵਾਲਾ ਜਿਹੜਾ ਆਪਾਂ ਲੈਵਲ ਕਰ ਰਹੇ ਆਪਣਾ +2 ਲੈਵਲ ਤੱਕ ਆ, ਇੰਨਾ ਕੁ ਤਾਂ ਆਪਾਂ ਸਭ ਨੂੰ ਪਤਾ ਹੀ ਹੋਣਾ ਚਾਹੀਦਾ ਹੈ। ਵੈਸੇ ਇਹ ਬਹੁਤ ਕਾਮਨ ਦੀਆਂ ਗੱਲਾਂ ਨਹੀਂ, ਜੇਕਰ ਆਪਾਂ ਧਿਆਨ ਨਾਲ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਨਾ ਆਪਾਂ ਨੂੰ ਇੱਕ ਵਾਰ ਤੋਂ ਪੜ੍ਹਨ ਨਾਲ ਹੀ ਪਤਾ ਲੱਗ ਜਾਂਦਾ। ਹੁਣ ਦੇਖੋ ਜਿਹੜੇ ਹਿਸਾਬ ਨਾਲ ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ, ਜੇ ਤੁਹਾਨੂੰ ਜਿਹੜੇ ਨੋਟਸ ਵੀ ਦੇ ਰਹੇ ਨਾ ਜਨਾ, ਇਸ ਤੋਂ ਬਾਅਦ ਸਾਨੂੰ ਲੱਗਦਾ ਕਿ ਤੁਹਾਨੂੰ ਕੋਈ ਜਿਹੜੀ ਬੁੱਕ ਹੈ ਚੱਕ ਕੇ ਉਹ ਪੜ੍ਹਨ ਦੀ ਲੋੜ ਪਵੇਗੀ। ਜੇਕਰ ਤੁਸੀਂ ਇਹਨਾਂ ਹੀ ਚੀਜ਼ਾਂ ਨੂੰ ਧਿਆਨ ਨਾਲ ਸਮਝ ਲੈਣਾ, ਚਾਹੇ ਤੁਹਾਨੂੰ ਜਿੱਥੋਂ ਮਰਜ਼ੀ ਕੁਐਸਚਨ ਆ ਜੇ, ਤੁਸੀਂ ਹਰ ਇੱਕ ਕੁਐਸਚਨ ਨੂੰ ਕੀ ਕਰੋਗੇ, ਸਹੀ ਟਿਕ ਕਰੋਗੇ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ ਹੁਣ ਦੇਖੋ ਗਜ਼ਲ ਦੀ ਜਿਹੜੀ ਤਰਤੀਬ ਹੁੰਦੀ ਹੈ ਕੀ ਹੁੰਦੀ ਹੈ। ਗਜ਼ਲ ਦੇ ਕਹਿੰਦੇ ਕਈ ਤੋਲ ਹੁੰਦੇ ਨੇ, ਗਜ਼ਲ ਦੇ ਕਈ ਤੋਲ ਹੁੰਦੇ ਨੇ। ਹੁਣ ਇਹ ਨਾ ਮੰਨ ਲਿਓ ਵੀ ਤੋਲ ਜਿਹੜੇ ਤੋਲਣ ਵਾਲੇ ਹੁੰਦੇ ਨੇ, ਨਹੀਂ, ਗਜ਼ਲ ਦੇ ਕੀ ਹੁੰਦੇ ਨੇ, ਕਈ ਤੋਲ ਹੁੰਦੇ ਨੇ। ਇਸ ਵਿੱਚ ਘੱਟ ਤੋਂ ਘੱਟ 5 ਅਤੇ ਵੱਧ ਤੋਂ ਵੱਧ 17 ਦੋ ਤੁਕੇ ਬੈਂਤ ਹੁੰਦੇ ਨੇ। ਘੱਟ ਤੋਂ ਘੱਟ ਕੀ ਹੁੰਦੇ ਨੇ 5 ਅਤੇ ਵੱਧ ਤੋਂ ਵੱਧ ਜਿਹੜੇ 17 ਦੋ ਤੁਕੇ ਬੈਂਤ ਹੁੰਦੇ ਨੇ। ਇਸ ਦੇ ਪਹਿਲੇ ਬੈਂਤ ਨੂੰ ਮਤਲਾ ਅਤੇ ਆਖਰੀ ਬੈਂਤ ਨੂੰ ਮਕਤਾ ਆਖਦੇ ਹਨ। ਬਸ ਇਸੇ ਗੱਲ ਨੂੰ ਧਿਆਨ ਨਾਲ ਸੁਣਨਾ ਤੇ ਸਮਝਣਾ ਵੀ ਘੱਟ ਤੋਂ ਘੱਟ ਜਿਹੜੇ ਹੁੰਦੇ ਨੇ 5 ਅਤੇ ਵੱਧ ਤੋਂ ਵੱਧ ਕਿੰਨੇ ਦੋ ਤੁਕੇ ਬੈਂਤ ਹੁੰਦੇ ਨੇ, 2 ਤੁਕੇ ਬੈਂਤ 17। ਭਾਵ ਕਿਸੇ ਵੀ ਗਜ਼ਲ ਨੂੰ ਰਚਨਾ ਕਰਨ ਵਾਸਤੇ ਘੱਟ ਤੋਂ ਘੱਟ 2 ਤੁਕੇ ਬੈਂਤ ਆਪਾਂ ਕਿੰਨੇ ਲੈ ਸਕਦੇ ਹਾਂ, 5, ਤੇ ਜਿਹੜੇ ਜ਼ਿਆਦਾ ਲੈਣੇ ਹੋਣ ਤਾਂ ਕਿੰਨੇ, 17। ਪਹਿਲੇ ਬੈਂਤ ਨੂੰ ਕੀ ਬੋਲਦੇ ਨੇ, ਮਤਲਾ, ਤੇ ਆਖਰੀ ਜਿਹੜੇ ਬੈਂਤ ਹੁੰਦਾ ਉਸ ਨੂੰ ਕੀ ਬੋਲਦੇ ਨੇ, ਮਕਤਾ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ ਵਾਰ ਕੀ ਹੁੰਦੀ ਹੈ। ਵਾਰ ਕੀ ਹੁੰਦੀ ਹੈ, ਜਾਂ ਆਪਾਂ ਕਹਿ ਲਈਏ ਵਾਰ ਦਾ ਮਤਲਬ ਕੀ ਹੁੰਦਾ ਹੈ। ਵਾਰ ਦਾ ਮਤਲਬ ਇਹ ਨਹੀਂ ਜਿਵੇਂ ਆਪਾਂ ਦਿਨਾਂ ਦੇ ਹਿਸਾਬ ਨਾਲ ਕਰੀਏ ਸ਼ੁੱਕਰਵਾਰ ਜਾਂ ਸ਼ਨੀਵਾਰ, ਹੈ ਨਾ। ਇਸ ਤੋਂ ਪਹਿਲਾਂ ਵੀ ਜਿਹੜੇ ਪੰਜਾਬੀ ਦਾ ETT ਦਾ ਸਿਲੇਬਸ ਆ ਨਾ, ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰ ਕਵਰ ਕਰਵਾ ਚੁੱਕੀ ਹਾਂ। ਉਸ ਦੇ ਵਿੱਚ ਵੀ ਜਿਹੜੇ ਪੰਜਾਬੀ ਸਾਹਿਤ ਵਾਲਾ ਲੈਕਚਰ ਨੇ ਘੱਟੋ ਘੱਟ 2-3 ਕਲਾਸਾਂ ਦੇ ਵਿੱਚ ਮੈਂ ਕਰਵਾਏ ਹੋਏ ਨੇ। ਉਸ ਦੇ ਵਿੱਚ ਹੀ ਬਹੁਤ ਵਧੀਆ ਜਿਹੜੀ ਕਲਾਸਾਂ ਲੱਗੀਆਂ ਹੋਈਆਂ ਨੇ। ਉਮੀਦ ਹੈ ਕਿ ਤੁਹਾਨੂੰ ਉਹ ਸੁਣ ਕੇ ਹੁਣ ਤੱਕ ਯਾਦ ਹੋਊਗਾ ਕਿ ਜਿਹੜਾ ਪੰਜਾਬੀ ਸਾਹਿਤ ਹੁੰਦਾ ਕੀ ਹੈ। ਪਰ ਉਸ ਦੇ ਵਿੱਚ ਕੀ ਸੀ ਨਾ, ਆਪਾਂ ਸਿਰਫ ਇੱਥੋਂ ਤੱਕ ਹੀ ਸੀਮਿਤ ਰਹੇ ਸੀ, ਪੰਜਾਬੀ ਕਵਿਤਾ ਤੱਕ। ਪਰ ਹੁਣ ਆਪਾਂ ਕੀ ਕਰਾਂਗੇ, ਪੰਜਾਬੀ ਸਾਹਿਤ ਵਾਲੇ ਟੌਪਿਕ ਦੇ ਵਿੱਚ ਅਲੰਕਾਰ ਵੀ ਨੇ ਆਪਾਂ ਨੂੰ, ਛੰਦ ਵੀ ਨੇ ਆਪਾਂ ਨੂੰ, ਜੀਵਨੀ, ਸਵੈ ਜੀਵਨੀ, ਸਫ਼ਰਨਾਮਾ, ਇਹ ਸਭ ਚੀਜ਼ਾਂ ਕਰਾਂਗੇ ਆਪਾਂ। ਠੀਕ ਹੈ ਜੀ, ਹੁਣ ਦੇਖੋ ਵਾਰ ਕੀ ਹੁੰਦੀ ਹੈ। ਇਹ ਵੀਰ ਰਸ ਵਾਲੀ ਕਵਿਤਾ ਹੈ। ਵੀਰ ਰਸ ਭਾਵ ਬਹਾਦਰੀ ਵਾਲੀ, ਵੀਰ ਰਸ ਵਾਲੀ ਕਵਿਤਾ ਹੈ ਜਿਸ ਦੇ ਵਿੱਚ ਕਿਸੇ ਯੋਧੇ ਦੀ ਬਹਾਦਰੀ ਦਾ ਜਸ ਜਗਾਇਆ ਜਾਂਦਾ ਹੈ। ਜਿਸ ਦੇ ਵਿੱਚ ਕਿਸੇ ਯੋਧੇ ਦੀ ਬਹਾਦਰੀ ਦਾ ਕੀ ਗਾਇਆ ਜਾਂਦਾ ਗਾ, ਗੁਣਗਾਨ ਗਾਇਆ ਜਾਂਦਾ ਗਾ, ਜਸ ਗਾਇਆ ਜਾਂਦਾ ਗਾ, ਹਨਾ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਹੁਣ ਇੱਥੇ ਮੰਨ ਲਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਰਚਨਾ ਦੀ ਕਿਹੜੀ ਵਾਰ ਦੀ ਰਚਨਾ ਕੀਤੀ ਸੀ, ਚੰਡੀ ਦੀ ਵਾਰ। ਚੰਡੀ ਦੀ ਵਾਰ ਦੀ ਰਚਨਾ ਕੀਤੀ ਸੀ, ਜਿਸ ਦੇ ਵਿੱਚ ਜਿਹੜਾ ਮੁੱਖ ਨਾਇਕ ਸੀ ਕੌਣ ਸੀਗਾ, ਦੁਰਗਾ ਦੇਵੀ ਸੀਗੀ। ਉਹਨਾਂ ਨੇ ਕੀ ਕੀਤਾ ਸੀ, ਦੁਰਗਾ ਦੇਵੀ ਦੀ ਵਡਿਆਈ ਦੇ ਵਿੱਚ ਕੀ ਕੀਤੀ ਸੀ, ਚੰਡੀ ਦੀ ਵਾਰ ਦੀ ਰਚਨਾ ਕੀਤੀ ਸੀ, ਜੋ ਕਿ ਸਭ ਤੋਂ ਜ਼ਿਆਦਾ ਜਿਹੜੀ ਸ੍ਰੇਸ਼ਟ ਵਾਰ ਮੰਨੀ ਜਾਂਦੀ ਹੈ। ਠੀਕ ਹੈ, ਸਭ ਤੋਂ ਜ਼ਿਆਦਾ ਸ੍ਰੇਸ਼ਟ ਵਾਰ ਮੰਨੀ ਜਾਂਦੀ ਹੈ। ਹੁਣ ਉਸ ਤੋਂ ਬਾਅਦ ਦੇਖੋ ਕਹਿੰਦੇ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਅਤੇ ਨਿਜਾਵਤ ਨੇ ਵੀ ਕੀ ਕੀਤੀ ਸੀ, ਵਾਰ ਦੀ ਰਚਨਾ ਕੀਤੀ ਸੀ। ਨਿਜਾਵਤ ਨੇ ਵੀ ਵਾਰ ਦੀ ਰਚਨਾ ਕੀਤੀ ਸੀਗੀ। ਕਹਿੰਦੇ ਵਾਰਾਂ ਦਾ ਪ੍ਰਮਾਣਿਕ ਛੰਦ ਕੀ ਮੰਨਿਆ ਜਾਂਦਾ ਗਾ, ਨਿਸ਼ਾਨੀ ਮੰਨਿਆ ਜਾਂਦਾ ਗਾ। ਵਾਰਾਂ ਦਾ ਜਿਹੜਾ ਪ੍ਰਮਾਣਿਕ ਛੰਦ ਹੁੰਦਾ, ਨਿਸ਼ਾਨੀ ਨੂੰ ਮੰਨਿਆ ਜਾਂਦਾ ਗਾ, ਜਿਸ ਨੂੰ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ ਵਰਤਿਆ ਹੈ। ਹੁਣ ਦੇਖੋ ਵਾਰਾਂ ਦਾ ਜਿਹੜਾ ਪ੍ਰਮਾਣਿਕ ਛੰਦ ਕੀ ਹੁੰਦਾ, ਨਿਸ਼ਾਨੀ। ਤੇ ਇਸੇ ਜਿਹੜਾ ਪ੍ਰਮਾਣਿਕ ਛੰਦ ਨਿਸ਼ਾਨੀ ਇਸ ਨੂੰ ਕਿਸ ਨੇ ਵਰਤਿਆ, ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ ਜਿਹੜਾ ਨਿਸ਼ਾਨੀ ਛੰਦ ਹੈ ਇਸ ਨੂੰ ਵਰਤਿਆ ਹੈ। ਠੀਕ ਹੈ, ਇਸ ਤੋਂ ਬਿਨਾ ਸਿਰਖੰਡੀ ਛੰਦ ਹੈ ਜੋ ਉਹ ਵੀ ਵੀਰ ਰਸ ਦੀ ਲਹਿਰ ਨੂੰ ਪੈਦਾ ਕਰਨ ਲਈ ਵਰਤਿਆ ਜਾਂਦਾ। ਇੱਕ ਭਾਵ ਕੀ ਹੁੰਦਾ ਗਾ, ਜਿਹੜਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਿਆ ਜਿਹੜਾ 12 ਦਾ ਪ੍ਰਮਾਣਿਕ ਛੰਦ ਉਹ ਕਿਹੜਾ, ਨਿਸ਼ਾਨੀ, ਤੇ ਉਸ ਤੋਂ ਬਾਅਦ ਦੂਸਰਾ ਕਿਹੜਾ ਗਾ, ਸਿਰਖੰਡੀ। ਠੀਕ ਹੈ, ਜਿਹੜੇ ਦੋਨੇ ਨੇ ਕਿਸ ਦੇ ਵਿੱਚ ਵਰਤੇ ਜਾਂਦੇ ਨੇ, ਵਾਰਾਂ ਦੇ ਵਿੱਚ।
ਹੁਣ ਦੇਖੋ ਜਿਵੇਂ ਆਪਾਂ ਭਾਈ ਗੁਰਦਾਸ ਦੀ ਵਾਰ ਦੀ ਉਦਾਹਰਨ ਲੈ ਲਈਏ ਕਿ ਉਹਨਾਂ ਨੇ ਕਿਵੇਂ ਵਰਤੇ ਹੋਇਆ। ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਕਹਿੰਦੇ ਜਿਹੜੀਆਂ ਅੱਖਾਂ ਨੇ ਉਹ ਦੇਖ ਦੇਖ ਕੇ ਨਹੀਂ ਰੱਜੀਆਂ, ਰੰਗ ਤਮਾਸ਼ੇ। ਉਸਤਤ ਜਿੱਦਾਂ ਕੰਨ ਸੁਣ ਰੋਵਣ ਤੇ ਹਾਸੇ। ਖਾਂਦੀ ਜੀਭ ਨਾ ਰੱਜਿਆ ਕਰ ਕਰ ਭੋਗ ਵਿਲਾਸੇ। ਨੱਕ ਨਾ ਰੱਜਿਆ ਵਾਂਸ ਲੈ ਦੁਰਗੰਧ ਸਵਾਸੇ। ਰੱਜ ਨਾ ਕੋਈ ਜੀਵਿਆ ਕੂੜ ਪ੍ਰਵਾਸੇ। ਪੀਰ ਮੁਰੀਦਾ ਪਿਰਹੜੀ ਸੱਚੀ ਰਹਿ ਰਾਸੇ। ਠੀਕ ਹੈ ਜੀ। ਹੁਣ ਦੇਖੋ ਭਾਈ ਗੁਰਦਾਸ ਨੇ ਕਿਹੜੀ ਚੀਜ਼ ਨੂੰ ਵਰਤਿਆ ਹੋਇਆ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ, ਉਹਨਾਂ ਨੇ ਪ੍ਰਮਾਣਿਕ ਛੰਦ ਕਿਹੜਾ ਵਰਤਿਆਗਾ, ਨਿਸ਼ਾਨੀ ਵਰਤਿਆ। ਆਪਣੀਆਂ ਵਾਰਾਂ ਦੇ ਵਿੱਚ ਪ੍ਰਮਾਣਿਕ ਛੰਦ ਕਿਹੜਾ ਵਰਤਿਆ, ਨਿਸ਼ਾਨੀ ਨੂੰ ਵਰਤਿਆ। ਤੇ ਉਸ ਤੋਂ ਬਾਅਦ ਕਿਹੜਾ ਵੀ ਯੂਜ਼ ਹੋ ਸਕਦਾ ਹੈਗਾ, ਸਿਰਖੰਡੀ ਛੰਦ ਹੈ ਜੋ ਉਹ ਵੀ ਵੀਰ ਰਸ ਦੀ ਲਹਿਰ ਦੇ ਵਿੱਚ ਕਹਿੰਦੇ ਲਹਿਰ ਨੂੰ ਪੈਦਾ ਕਰਨ ਵਾਸਤੇ ਵਰਤਿਆ ਜਾ ਸਕਦਾ। ਠੀਕ ਹੈ ਜੀ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਜਿਹੜੀ ਵਾਰ ਦੀ ਮੁੱਖ ਰਚਨਾ ਕਰਨ ਦਾ ਜਿਹੜਾ ਵਿਧਾ ਹੁੰਦਾ ਹੈਗਾ, ਕਿਸੇ ਵੀ ਯੋਧੇ ਦੇ ਬਹਾਦਰੀ ਦੇ ਗੀਤ ਨੂੰ ਪ੍ਰਗਟਾਉਣ ਵਾਸਤੇ ਇਹ ਕੀਤੀ ਜਾਂਦੀ ਹੈ, ਕਿਸੇ ਦੀ ਉਤਸ਼ਾਹ ਨੂੰ ਵਧਾਉਣ ਵਾਸਤੇ। ਉਸ ਤੋਂ ਬਾਅਦ ਦੇਖੋ ਕਾਫੀ। ਕਾਫੀ ਕੀ ਹੁੰਦੀ ਹੈ? ਇਸ ਦਾ ਅਰਥ ਹੈ ਅਜਿਹੀ ਤੁਕ ਜਿਸ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਗਾਈਆਂ ਜਾਣ। ਕਾਫੀ ਦਾ ਕੀ ਅਰਥ ਹੁੰਦਾ ਗਾ? ਕਾਫੀ ਆਪਾਂ ਕਹਿੰਦੇ ਕਾਫੀਆਂ। ਇਸ ਦਾ ਅਰਥ ਹੈ ਅਜਿਹੀ ਤੁਕ ਜਿਸ ਦੇ ਪਿੱਛੇ ਹੋਰ ਤੁਕਾਂ ਗਾਉਣ ਦੇ ਸਮੇਂ ਜੋੜੀਆਂ ਜਾਣ। ਭਾਵ ਇੱਕ ਜਿਵੇਂ ਆਪਾਂ ਮੰਨ ਲਈਏ, ਜਿਵੇਂ ਆਪਾਂ ਕੋਈ ਗੀਤ ਗਾ ਰਹੇ ਹਾਂ, ਉਹਦੀ ਇੱਕ ਸਿੰਗਲ ਲਾਈਨ ਤਾਂ ਨਹੀਂ ਆਪਾਂ ਗਾ ਸਕਦੇ, ਹੁਣ ਉਸ ਦੇ ਪਿੱਛੇ ਹੋਰ ਵੀ ਲਾਈਨਾਂ ਹੋਣਗੀਆਂ। ਇੱਕ ਗੀਤ ਦੀ ਆਪਾਂ ਕੋਈ ਗੀਤ ਗਾ ਰਹੇ ਹਾਂ, ਉਸ ਦੇ ਪਿੱਛੇ ਸਿਰਫ ਇੱਕ ਲਾਈਨ ਨਾਲ ਨਹੀਂ ਸਰਦਾ, ਹੋਰ ਵੀ ਤੁਕਾਂ ਜੋੜਨੀਆਂ, ਤਾਂ ਹੀ ਕੀ ਹੋਊਗਾ, ਉਹ ਪ੍ਰੋਪਰ ਜਿਹੜਾ ਗੀਤ ਬਣੂਗਾ। ਠੀਕ ਹੈ ਜੀ। ਉਸ ਤਰ੍ਹਾਂ ਦੇਖੋ ਜਿਹੜਾ ਕਾਫੀ ਹੈ, ਜਿਹੜੀ ਕਾਫੀ ਹੈ ਉਹ ਵੀ ਇਸੇ ਤਰ੍ਹਾਂ ਹੀ ਹੈ। ਕਹਿੰਦੇ ਇਹਦਾ ਇਸ ਦਾ ਅਰਥ ਇਹੀ ਹੈਗਾ ਅਜਿਹੀ ਤੁਕ ਜਿਸ ਨੂੰ ਗਾਉਣ ਦੇ ਵੇਲੇ ਉਸ ਦੇ ਪਿੱਛੇ ਹੋਰ ਲਾਈਨਾਂ ਜਾਂ ਤੁਕਾਂ ਵੀ ਜੋੜੀਆਂ ਜਾਣ। ਠੀਕ ਹੈ। ਅਤੇ ਜਿਹੜੀ ਮੁੜ ਮੁੜ ਕੇ ਗੀਤ ਦੇ ਤਾਲ ਤੇ ਵਿਸ਼ਰਾਮ ਉੱਪਰ ਆਵੇ। ਅਤੇ ਉਹੀ ਤੁਕ ਜਿਹੜੀ ਗੀਤ ਦੇ ਗਾਉਣ ਦੇ ਵੇਲੇ ਤਾਲ ਅਤੇ ਵਿਸ਼ਰਾਮ। ਵਿਸ਼ਰਾਮ ਦਾ ਭਾਵ ਕੀ ਹੁੰਦਾ? ਜਿੱਥੇ ਠਹਿਰਾਵ ਹੁੰਦਾ ਹੈ। ਵਿਸ਼ਰਾਮ ਦਾ ਭਾਵ ਕੀ ਹੁੰਦਾ? ਠਹਿਰਾਵ ਦੇ ਉੱਤੇ ਉਹੀ ਲਾਈਨ ਮੁੜ ਕੇ ਆਵੇ ਜਿਹੜੀ ਸਭ ਤੋਂ ਪਹਿਲਾਂ ਬੋਲੀ ਜਾਂਦੀ ਹੈ। ਠੀਕ ਹੈ। ਹੁਣ ਦੇਖੋ ਮੈਂ ਤੁਹਾਨੂੰ ਅੱਗੇ ਦੱਸੂਗੀ। ਇਹ ਇੱਕ ਪ੍ਰੇਮ ਭਰਪੂਰ ਗੀਤ ਹੈ ਜਿਸ ਨੂੰ ਜਿਹੜੇ ਸੂਫੀ ਫਕੀਰ ਹੁੰਦੇ ਸੀ, ਉਹ ਜਿਹੜੇ ਮੰਡਲੀਆਂ ਦੇ ਵਿੱਚ ਇਕੱਠੇ ਹੁੰਦੇ ਸੀ ਨਾ, ਜਦੋਂ ਜਾਂ ਆਪਾਂ ਕਹਿ ਲਈਏ ਕਿਸੇ ਗਰੁੱਪ ਦੇ ਵਿੱਚ ਇਕੱਠੇ ਹੁੰਦੇ ਸੀ, ਉੱਥੇ ਬੈਠ ਕੇ ਗਾਉਂਦੇ ਹੁੰਦੇ ਸੀ, ਉੱਥੇ ਬੈਠ ਕੇ ਗਾਇਆ ਕਰਦੇ ਸੀ ਜਾਂ ਅੱਜ ਵੀ ਗਾਉਂਦੇ ਨੇ। ਇਸ ਦੀ ਕਹਿੰਦੇ ਇੱਕ ਤੁਕ ਧਾਰਨਾ ਵਾਲੀ ਹੁੰਦੀ ਹੈ। ਧਾਰਨਾ ਉਹੀ ਚੀਜ਼ ਹੋਊਗੀ ਜਿਹੜੀ ਸਭ ਤੋਂ ਪਹਿਲੀ ਲਾਈਨ ਹੋਊਗੀ, ਉਹੀ ਪੈਰਾ ਪੂਰਾ ਕਰਨ ਤੋਂ ਬਾਅਦ ਆਉਂਦੀ ਹੈ। ਠੀਕ ਹੈ ਜੀ। ਸਮਝ 'ਚ ਆ ਗਿਆ ਹੋਊਗਾ ਤੁਹਾਨੂੰ। ਸ਼ੁੱਧ ਪੰਜਾਬੀ ਦੇ ਵਿੱਚ ਦੱਸਾਂ, ਜਿਹੜੀ ਇਸ ਦੀ ਇੱਕ ਤੁਕ ਹੁੰਦੀ ਹੈ ਉਹ ਧਾਰਨਾ ਵਾਲੀ ਹੁੰਦੀ ਹੈ। ਭਾਵ ਸਭ ਤੋਂ ਪਹਿਲਾਂ ਜਿਹੜੀ ਲਾਈਨ ਆਊਗੀ ਉਹੀ, ਜਦੋਂ ਆਪਾਂ ਕਹਿ ਸਕਦੇ ਇੱਕ ਪੈਰਾ ਪੂਰਾ ਹੋ ਗਿਆ 3-4 ਲਾਈਨਾਂ ਦਾ, ਉਸ ਤੋਂ ਬਾਅਦ ਫਿਰ ਮੁੜ ਕੇ ਉਹੀ ਲਾਈਨ ਆਊਗੀ, ਉਸ ਨੂੰ ਕੀ ਕਿਹਾ ਜਾਂਦਾ ਗਾ? ਵਿਸ਼ਰਾਮ ਵਾਲੀ ਲਾਈਨ। ਠੀਕ ਹੈ। ਜਾਂ ਵਿਸ਼ਰਾਮ ਜਾਂ ਤਾਲ ਵਾਲੀ ਤੁਕ। ਹੁਣ ਦੇਖੋ ਕਹਿੰਦੇ ਜਿਸ ਨੂੰ ਦੇਖੋ ਇਸ ਦੀ ਇੱਕ ਤੁਕ ਧਾਰਨਾ ਵਾਲੀ ਹੁੰਦੀ ਹੈ ਜਿਸ ਨੂੰ ਸਾਰੀ ਮੰਡਲੀ ਅਖੀਰ ਦੇ ਵਿੱਚ ਦੁਹਰਾਉਂਦੀ ਹੈ। ਦੇਖੋ ਜਿਵੇਂ ਆਪਾਂ ਕਹਿ ਲਈਏ ਨਾ, ਜਿਵੇਂ ਅੱਜ ਕੱਲ੍ਹ ਜਿਹੜੇ ਸਿੰਗਰ ਨੇਗੇ, ਜਾਂ ਆਪਾਂ ਕਹਿ ਲਈਏ ਗਰੁੱਪ ਦੇ ਵਿੱਚ ਜਦੋਂ ਕੋਈ ਗਾਉਂਦਾ ਹੈ ਨਾ, ਤਾਂ ਉਹ ਜਿਹੜੀ 4 ਲਾਈਨਾਂ ਹੋਣਗੀਆਂ ਵਿੱਚ ਵਾਲੀਆਂ ਉਹ ਇਕੱਲਾ ਹੀ ਗਾਊਗਾ, ਪਰ ਜਿਹੜੀ ਲਾਸਟ ਲਾਈਨ ਹੋਊਗੀ ਉਸ ਨੂੰ ਮਿਲ ਕੇ ਸਾਰੇ ਗਾਉਂਦੇ ਨੇ। ਉਹੀ ਚੀਜ਼ ਹੋ ਗਈ ਇੱਥੇ। ਕਹਿੰਦੇ ਜਿਸ ਨੂੰ ਸਾਰੀ ਮੰਡਲੀ ਅਖੀਰ ਤੇ ਦਰਸਾਉਂਦੀ ਹੈ ਬੰਦ ਦੇ ਰੂਪ ਦੇ ਵਿੱਚ। ਠੀਕ ਹੈ। ਕਾਫੀਆਂ ਦੀ ਰਚਨਾ ਸ਼ਾਹ ਹੁਸੈਨ ਅਤੇ ਹੋਰ ਮੁਸਲਮਾਨ ਕਵੀਆਂ ਨੇ ਵੀ ਕੀਤੀ ਹੈ, ਪਰ ਸਭ ਤੋਂ ਜ਼ਿਆਦਾ ਪ੍ਰਸਿੱਧ ਜਿਹੜੀ ਕਾਫੀਆਂ ਹੋਈਆਂ ਨੇ, ਕਿਹਨਾਂ ਦੀਆਂ ਹੋਈਆਂ ਨੇ? ਬੁੱਲੇ ਸ਼ਾਹ ਦੀਆਂ ਹੋਈਆਂ ਨੇ। ਕਾਫੀਆਂ ਦੀ ਰਚਨਾ ਕਹਿੰਦੇ ਹੋਰ ਵੀ ਮੁਸਲਮਾਨ ਕਵੀਆਂ ਨੇ ਕੀਤੀ ਹੈ, ਪਰ ਸਭ ਤੋਂ ਜ਼ਿਆਦਾ ਪ੍ਰਸਿੱਧ ਕਾਫੀਆਂ ਕਿਹਨਾਂ ਦੀਆਂ ਹੋਈਆਂ ਨੇ? ਬੁੱਲੇ ਸ਼ਾਹ ਦੀਆਂ ਹੋਈਆਂ ਨੇ। ਠੀਕ ਹੈ। ਹੁਣ ਦੇਖੋ ਮੈਂ ਤੁਹਾਨੂੰ ਦੱਸਾਂ ਕਿ ਕਿਵੇਂ ਜਿਹੜੀ ਫਸਟ ਲਾਈਨ ਉਹ ਜਿਹੜੀ ਪੈਰਾ ਪੂਰਾ ਕਰਨ ਤੋਂ ਬਾਅਦ ਆਉਂਦੀ ਹੈ, ਕਿਹੜੀ ਧਾਰਨਾ ਵਾਲੀ ਹੈ। ਦੇਖੋ ਹੁਣ ਦੇਖੋ ਇਸ਼ਕ ਦੀ ਨਵੀਂ ਨਵੀਂ ਬਹਾਰ, ਇਹ ਇੱਕ ਧਾਰਨਾ ਵਾਲੀ ਤੁਕ ਹੈਗੀ, ਪਹਿਲੀ ਆ ਗਈ। ਹੁਣ ਉਸ ਤੋਂ ਬਾਅਦ ਦੇਖੋ ਜਦੋਂ ਇੱਕ ਪੂਰਾ ਪੈਰਾ ਹੋਊਗਾ, ਇਸ਼ਕ ਦੀ ਨਵੀਂ ਬਹਾਰ, ਵੇਦ ਕੁਰਾਨਾ ਪੜ੍ਹ ਪੜ੍ਹ ਥੱਕੇ, ਸਿਜਦੇ ਕਰਦੇ ਘਸ ਗਏ ਮੱਥੇ, ਨਾ ਰੱਬ ਤੀਰਥ ਨਾ ਮੱਕੀ, ਜਿਸ ਪਾਇਆ 3 ਨੂਰ ਅਨਵਾਰ, ਇਸ਼ਕ ਦੀ ਨਵੀਂ ਬਹਾਰ। ਉਮੀਦ ਤੁਹਾਨੂੰ ਸਮਝ 'ਚ ਆ ਗਿਆ ਹੋਊਗਾ। ਜਿਹੜੀ ਫਸਟ ਲਾਈਨ ਆ ਉਹੀ ਜਾ ਕੇ ਕਿੱਥੇ ਵਗ ਗਈ, ਜਿਹਦੇ ਪੈਰਾ ਪੂਰਾ ਹੋ ਗਿਆ। ਹੁਣ ਮੰਨ ਲਓ ਜਿਹੜੀ ਸਭ ਤੋਂ ਪਹਿਲੀ ਲਾਈਨ ਸੀ, ਇਸ ਨੂੰ ਸਾਰੀ ਮੰਡਲੀ ਨੇ ਮੰਨ ਲਓ ਗਾਇਆ ਹੈ ਨਾ, ਉਸ ਤੋਂ ਬਾਅਦ ਜਿਹੜੀ ਇਹ ਹੋਊਗੀ ਉਹ ਮੁੱਖ ਮੋਢੀ ਬੰਦਾ ਗਾਊਗਾ 4 ਲਾਈਨਾਂ, ਤੇ ਜਿਹੜੀ ਆ ਗਈ ਲਾਸਟ ਵਾਲੀ, ਹੁਣ ਇਸ ਨੂੰ ਜਿਹੜੀ ਸਾਰੀ ਮੰਡਲੀ ਹੋਊਗੀ
ਉਹ ਬੰਦ ਦੇ ਰੂਪ ਦੇ ਵਿੱਚ ਇਕੱਠਾ ਗਾਊਗੀ ਗਰੁੱਪ ਦੇ ਵਿੱਚ। ਠੀਕ ਹੈ ਜੀ। ਜੇਕਰ ਤੁਹਾਨੂੰ ਨਹੀਂ ਸਮਝ ਆਇਆ ਤੁਸੀਂ ਵੀਡੀਓ ਨੂੰ ਦੁਬਾਰਾ ਸੁਣ ਸਕਦੇ ਹੋ, ਪੜ੍ਹ ਵੀ ਸਕਦੇ ਹੋ। ਮੈਂ ਤਾਂ ਇੱਥੇ ਸਾਰਾ ਕੁਝ ਲਿਖਤਾ, ਨੋਟਸਾਂ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਉਹ ਪ੍ਰੋਵਾਈਡ ਮਿਲੂਗੀ। ਸੋ ਥੈਂਕ ਯੂ ਜੀ। ਮਿਲਦੇ ਹਾਂ ਕੱਲ੍ਹ ਨੂੰ ਇੱਕ ਨਵੀਂ ਵੀਡੀਓ ਦੇ ਨਾਲ। ਜਿਹੜਾ ਆਪਣਾ ਕੱਲ੍ਹ ਨੂੰ ਕੰਮ ਰਹਿ ਜਾਊਗਾ, ਇਸ ਤੋਂ ਬਾਅਦ ਜਿਹੜਾ ਆਪਣਾ ਕੰਮ ਰਹਿ ਗਿਆ ਉਹ ਵੀ ਆਪਣੇ ਕਵਿਤਾ ਦੇ ਰੂਪ ਰਹਿ ਗਏ। ਉਹ ਕੱਲ੍ਹ ਨੂੰ ਆਪਣੇ 2 ਰਹਿ ਜਾਣਗੇ ਸਿਰਫ, ਕਵਿਤਾ ਤੇ ਗੀਤ ਅਤੇ ਰੁਬਾਈ। ਕਵਿਤਾ ਤੇ ਗੀਤ ਅਤੇ ਰੁਬਾਈ, ਇਹ ਸਿਰਫ ਆਪਣੇ 2 ਜਿਹੜੇ ਰਹਿ ਜਾਣਗੇ ਕਵਿਤਾ ਦੇ ਰੂਪ ਰਹਿ ਜਾਣਗੇ। ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਸਟਾਰਟ ਕਰ ਦੇਂਗੇ ਜੀਵਨੀ ਹੋ ਗਈ, ਸਵੈ ਜੀਵਨੀ, ਇਕਾਂਗੀ। ਇਹ ਵੀ ਆਪਾਂ ਸਭ ਜਿਹੜੀ ਇਹ ਚੀਜ਼ਾਂ ਹੋਣਗੀਆਂ ਸਾਰੀਆਂ ਆਪਾਂ ਖਤਮ ਕਰਕੇ ਨਾ, ਉਸ ਤੋਂ ਬਾਅਦ ਆਪਾਂ ਅਲੰਕਾਰ ਛੇੜਾਂਗੇ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਅਲੰਕਾਰ ਅਤੇ ਰਸ ਵਾਲਾ ਚੈਪਟਰ ਸਟਾਰਟ ਕਰਾਂਗੇ। ਠੀਕ ਹੈ ਜੀ। ਸੋ ਥੈਂਕ ਯੂ। ਮਿਲਦੇ ਕੱਲ੍ਹ ਨੂੰ ਇੱਕ ਨਵੀਂ ਵੀਡੀਓ ਦੇ ਨਾਲ। ਟੇਕ ਕੇਅਰ। ਬਾਏ ਬਾਏ।